ਮੈਨੂੰ 10 ਸਾਲ ਬਾਅਦ ਚੰਗਿਆਈ ਮਿਲੀ ਚਰਚ ਦੇ ਵਿੱਚ। ਮੈਂ 10 ਸਾਲ ਪ੍ਰਾਰਥਨਾਵਾਂ ਕੀਤੀਆਂ। ਅੱਛਾ ਹਾਂ, ਐਦਾਂ ਨਹੀਂ ਕਿ ਮੈਂ ਜਾਂਦੇ ਹੀ ਚੰਗਾ ਹੋ ਗਿਆ। ਮੇਰੇ 'ਚ ਵਿਸ਼ਵਾਸ ਨਹੀਂ ਸੀ ਬਣਦਾ ਜਾਂ ਪਰਮੇਸ਼ਰ ਮੈਨੂੰ ਕੁਝ ਆਪਣੇ ਕੰਮਾਂ ਲਈ ਇਸਤੇਮਾਲ ਕਰਨਾ चाहते थे। ये कोई सिर्फ चंगियाई का रास्ता नहीं है परमेश्वर। कांकेर के तेवड़ा गांव में हिंसा भड़की क्यों? आज तक से जुड़े गौरव श्रीवास्तव के मुताबिक स्थानीय लोगों ने बताया है कि तेवड़ा गांव के सरपंच राजमन सलाम के परिवार ने कुछ वक्त पहले धर्म परिवर्तन किया था। 16 दिसंबर के दिन सरपंच के पिता की मौत हो गई थी, जिसके बाद सरपंच राजमन ने पिता का शव अपने खेत में दफना दिया। स्थानीय लोगों ने सरपंच को अपने पिता का शव गांव में न दफनाने की चेतावनी दी थी, लेकिन सरपंच ने इन धमकियों को दरकिनार कर शव गांव में ही दफनाया, जिससे गांव के लोग भड़क उठे। उन्होंने शव को कब्र से निकालने की कोशिश की, जिसको लेकर हुई झड़प में कई लोग घायल हुए। मौके पर भारी पुलिस फोर्स पहुंची। अधिकारियों ने सरपंच के पक्ष के लोगों को समझा बुझाकर शव को गांव से दूर दफन करने के लिए राजी भी कर लिया। 18 दिसंबर को सरपंच के पिता का शव पुलिस की मौजूदगी में निकाला गया, लेकिन गांव वाले शव को दिखाने की जिद पर अड़ गए। इसके बाद माहौल और बिगड़ गया। भीड़ ने गांव के एक चर्च में आग लगाई। जब पुलिस ने उन्हें रोकने की कोशिश की तो भड़की भीड़ ने पुलिस पर ही पथराव शुरू कर दिया। एक चर्च को आग लगाने के बाद भीड़ एक और चर्च की ओर बढ़ी। यहाँ भी पुलिस फोर्स तैनात थी, लेकिन बेकाबू भीड़ दूसरे चर्च में घुस गई। यहाँ भी वही कहानी दोहराई गई, यानी तोड़ फोड़ और आगजनी। पुलिस के जवानों पर भी ग्रामीणों ने लाठी डंडे और पत्थरों से हमला किया, जिसके बाद पुलिस को लाठी चार्ज करना पड़ा। इस लाठी चार्ज में कुछ ग्रामीण भी घायल हुए हैं। आज तक की रिपोर्ट के मुताबिक सरपंच के बेटे एक बंदा चर्च आवे, ਉਹਨੂੰ ਵਿਸ਼ਵਾਸ ਆ ਕਿਉਂਕਿ ਯਿਸੂ ਮਸੀਹ ਨੇ ਕੋਈ ਸਾਬਤ ਨਹੀਂ ਕਰਨਾ ਕਿ ਮੇਰਾ ਤੁਸੀਂ ਕ੍ਰਿਸਚੀਅਨ ਬਣ ਜਾਓ ਤੇ ਮੈਂ ਤੁਹਾਨੂੰ ਚੰਗਾ ਕਰੂੰਗਾ। ਦੇਖੋ ਸਾਬਤ ਯਿਸੂ ਮਸੀਹ ਨੇ ਕੋਈ ਸਾਬਤ ਨਹੀਂ ਕਰਨਾ। ਤੁਸੀਂ ਨਾ ਬਣੋ ਕ੍ਰਿਸਚੀਅਨ। ਇਹੀ ਸਵਾਲ ਹੁੰਦਾ ਹੈ ਕਿ ਨਹੀਂ 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 ਚਰਚ ਦੇ ਵਿੱਚ ਨੋ 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 ਮੈਡੀਕਲ ਸਾਇੰਸ ਵੀ ਪਰਮੇਸ਼ਵਰ ਨੇ ਬਣਾਈ ਹੈ, ਹਨਾ? ਉਹ ਵੀ ਪਰਮੇਸ਼ਵਰ ਵੱਲੋਂ ਆ। ਸਾਇੰਟਿਸਟ ਬਹੁਤ ਵੱਡੇ ਵੱਡੇ ਪਰਮੇਸ਼ਵਰ ਵੱਲੋਂ ਆ। ਸਾਇੰਟਿਸਟ ਬਹੁਤ ਵੱਡੇ ਵੱਡੇ ਉਹ ਪਰਮੇਸ਼ਵਰ ਦੇ ਵਿੱਚ ਨੇ। ਅਸੀਂ ਸਾਇੰਸ ਦੇ ਖਿਲਾਫ ਨਹੀਂ। ਬਾਈਬਲ 'ਚ ਲਿਖਿਆ ਬਿਮਾਰਾਂ ਨੂੰ ਵੈਦ ਦੀ ਲੋੜ ਆ। ਅਸੀਂ ਕਿੱਦਾਂ ਕਹਿੰਦੇ ਡਾਕਟਰ ਕੋਲ ਨਾਲ ਜਾਓ। ਕ੍ਰਿਸਚੀਅਨ ਡਾਕਟਰਸ ਨੇ, ਕ੍ਰਿਸਚੀਅਨ ਹਸਪੀਟਲਸ ਨੇ। ਕਿਹਦੇ ਨਾਲ ਸਵਾਲ ਪੰਜਾਬ ਦੇ ਵਿੱਚ ਉੱਠੇ ਜਿਸ ਤਰੀਕੇ ਦੇ ਨਾਲ ਤੇਜਸਵੀ ਮਨਾਸੁਰਾ ਨੇ ਸਵਾਲ ਚੱਕੇ, ਪਹਿਲੀ ਵਾਰ ਨਹੀਂ, ਬਹੁਤ ਵਾਰ ਅਜਿਹੇ ਸਵਾਲ ਚੱਕੇ ਗਏ ਨੇ, ਚਾਹੇ ਉਹ ਖਾਮਰਾ ਚਰਚ ਹੋਏ ਜਾਂ ਫਿਰ ਪੰਜਾਬ ਦੇ ਵਿੱਚ ਹੋਰ ਚਰਚਸ। ਹੁਣ ਉਹਨਾਂ ਦੇ ਉੱਪਰ ਸਵਾਲ ਚੱਕੇ ਗਏ, ਪਰ ਜਵਾਬ ਕਿਸ ਤਰੀਕੇ ਦਾ ਹੁੰਦਾ ਹੈ, ਉਸ ਸਵਾਲ ਦੇ ਵਿੱਚ ਜੋ ਚੀਜ਼ ਹੁੰਦੀਆਂ ਨੇ, ਉਸ ਦੇ ਬਾਰੇ ਅੱਜ ਜਿਹੜੀ ਉਹ ਚਰਚਾ ਕਰਾਂਗੇ। ਸਾਡੇ ਨਾਲ ਪਾਸਟਰ ਅੰਕੁਰ ਨਰੂਲਾ ਹੋਰੀ ਮੌਜੂਦ ਨੇ, ਗੱਲਬਾਤ ਕਰਦੇ ਜੀ। ਪਰ ਸਭ ਅੱਜ ਤਾਂ ਤੁਸੀਂ ਪਹਿਲਾਂ ਸ਼ੋਭਾ ਯਾਤਰਾ ਜਿਹੜੀ ਹੈਗੀ ਬਹੁਤ ਵਿਸ਼ਾਲ ਕੱਢੀ ਜਾ ਰਹੀ ਹੈ, ਥੋੜਾ ਤਾਂ ਉਸ ਬਾਰੇ ਦੱਸ ਦਿਓ, ਉਸ ਤੋਂ ਬਾਅਦ ਇਹ ਗੱਲ ਕਰਦੇ ਹਾਂ। ਸ਼ੋਭਾ ਯਾਤਰਾ ਕ੍ਰਿਸਮਸ ਤੋਂ ਪਹਿਲਾਂ ਹੁੰਦੀ ਹੈ। ਇੱਕ ਤਰੀਕਾ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਇਨਵਾਈਟ ਕਰੀਏ। ਚਰਚ ਦੇ ਲੋਕ ਤਾਂ ਆ ਹੀ ਰਹੇ, ਚਰਚ ਦੇ ਲੋਕਾਂ ਦੀ ਫੈਮਿਲੀਜ਼ ਤਾਂ ਆ ਹੀ ਰਹੀਆਂ, ਲੇਕਿਨ ਅੰਨੇ ਲੋਕਾਂ ਨੂੰ ਜਿਹੜੇ ਚਰਚ ਦੇ ਨਾਲ ਨਹੀਂ ਜੁੜੇ ਹੋਏ, ਜਿਹੜੇ ਸਮਾਜ ਦੇ ਲੋਕ ਨੇ, ਉਹਨਾਂ ਨੂੰ ਇਹ ਅਸੀਂ ਤਰੀਕਾ ਸਮਝਦੇ ਹਾਂ ਇਨਵਾਈਟ ਕਰਨ ਦਾ, ਕਿ ਅਸੀਂ ਖੁਦ ਜਾਂਦੇ ਹਾਂ ਗਲੀਆਂ 'ਚ ਤੇ ਉਹਨਾਂ ਨੂੰ ਇਨਵੀਟੇਸ਼ਨ ਪਿਆਰ ਨਾਲ ਦਿੰਦੇ ਹਾਂ ਕਿ ਆਓ ਤੇ ਪਰਮੇਸ਼ਵਰ ਦੇ ਕੰਮ ਨੂੰ ਦੇਖੋ, ਕਿ ਪਰਮੇਸ਼ਵਰ ਤੁਹਾਡੇ ਲਈ ਮਾਰੇ ਗਏ, ਗਾੜੇ ਗਏ ਤੇ ਜਿਸ ਨੂੰ ਮੁੱਦਿਆਂ ਤੋਂ ਜੀ ਉੱਠੇ। ਇਹੀ ਮੈਸੇਜ ਲੈ ਕੇ ਅਸੀਂ ਚੱਲਦੇ ਹਾਂ। ਅੱਛਾ, ਸਵਾਲ ਬਹੁਤ ਵੱਡਾ ਉੱਠਿਆ, ਕਹਿੰਦੇ ਵੀ ਅੰਕੁਰ ਨਰੂਲਾ ਹੋਰਾਂ ਦੀ ਚਰਚ ਦੇ ਵਿੱਚ, ਖਾਮਰਾ ਚਰਚ ਦੇ ਵਿੱਚ 25-25 ਲੱਖ ਰੁਪਏ ਦੇ ਕੇ ਧਰਮ ਪਰਿਵਰਤਨ ਕਰਾਇਆ ਜਾਂਦਾ ਹੈ। ਇਹ ਕਿੰਨਾ ਕਿ ਇਸ ਦੇ ਵਿੱਚ ਸੱਚਾਈ ਹੈਗੀ ਹੈ ਜੀ? ਕਿਹਦਾ ਕਰਵਾਇਆ ਦੱਸੋ? ਬੰਦੇ ਦਾ ਨਾਮ ਕਹਿੰਦੇ ਲੋਕਾਂ ਦਾ ਧਰਮ ਪਰਿਵਰਤਨ ਬਸ ਏਲੀਅਨ, ਜਿੱਦਾਂ ਆਪਾਂ ਕਹਿੰਦੇ ਨਹੀਂ ਏਲੀਅਨ ਫਿਲਮਾਂ ਕਿੰਨੀਆਂ ਬੜੀਆਂ ਏਲੀਅਨਸ ਤੇ, ਕਦੀ ਏਲੀਅਨ ਦੇਖਿਆ ਕਿਸੇ ਨੇ? ਨਹੀਂ। ਬਸ ਇਹ ਵੀ ਏਲੀਅਨ ਹੀ ਹੈ। ਇੱਥੇ ਤੁਸੀਂ ਗੱਲਾਂ ਹੀ ਸੁਣੀ ਜਾਣੀਆਂ, ਕਦੀ ਵੀ ਪ੍ਰੂਫ ਨਹੀਂ ਹੋਣਾ, ਕਿਉਂਕਿ ਇਹ ਹੈ ਹੀ ਨਹੀਂਗਾ। ਜੇ ਹੁੰਦਾ ਤਾਂ ਤੁਹਾਨੂੰ ਲੱਗਦਾ ਹੈ ਕਿ ਮੰਨ ਲਓ ਜੇ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਲੱਖਾਂ ਲੋਕਾਂ ਦੀ ਗੱਲ ਕਰਦੇ, ਇੰਡੀਆ ਦੀ ਗੱਲ ਕਰੀਏ ਤਾਂ ਕਰੋੜਾਂ 'ਚ ਲੋਕ ਨੇ। ਇੱਕ ਵੀ ਕੋਰਟ 'ਚ ਕਦੀ ਸਾਬਿਤ ਨਹੀਂ ਹੋਇਆ ਕਿ ਕਿਸੇ ਨੇ ਧਰਮ ਪਰਿਵਰਤਿਤ ਕੀਤਾ ਪੈਸੇ ਲੈ ਕੇ। ਧਰਮ ਪਰਿਵਰਤਿਤ ਕਰਨਾ ਕਾਨੂੰਨੀ ਅਪਰਾਧ ਨਹੀਂ ਹੈ। ਕੋਈ ਵੀ ਧਰਮ ਪਰਿਵਰਤਿਤ ਕਰ ਸਕਦਾ। ਪੈਸੇ ਦੇ ਕੇ, ਲਾਲਚ ਦੇ ਕੇ ਧਰਮ ਕੋਈ ਸਾਬਿਤ ਤਾਂ ਕਰੋ। ਇੱਕ ਬੰਦਾ ਨਹੀਂ ਤੁਹਾਡੇ ਕੋਲ ਆਇਆ 25 ਲੱਖ ਲੈ ਕੇ ਕੀਤਾ, ਫਿਰ ਕਹਿੰਦੇ 2 ਲੱਖ ਲੈ ਕੇ ਤੁਸੀਂ ਸਾਨੂੰ ਦੱਸੋ। ਜਿਹਨੇ 25 ਲੱਖ ਲਿਆ ਉਹ 2 ਲੱਖ ਲੈ ਕੇ ਕਿਉਂ ਦੱਸੇਗਾ? ਤੁਸੀਂ 30 ਲੱਖ ਦਾ ਆਫਰ ਕਰੋ, 40 ਦਾ ਆਫਰ ਕਰੋ, ਹਨਾ? ਪਰ ਤਾਂ ਵੀ ਤੁਹਾਨੂੰ ਲੋਕ ਨਹੀਂ ਮਿਲਨੇ। ਕਿਉਂ? ਕਿਉਂਕਿ ਤੁਸੀਂ ਇਹ ਚਰਚ ਓਪਨ ਆ, ਹਨਾ? ਮੀਟਿੰਗਾਂ ਓਪਨ ਹੁੰਦੀਆਂ, ਲਾਈਵ ਹੁੰਦੀਆਂ, ਕਦੀ ਕੋਈ ਸੀਕ੍ਰੇਟ ਮੀਟਿੰਗ ਨਹੀਂ ਹੁੰਦੀ ਚਰਚ ਕਿ ਅੱਜ ਚਰਚ ਦੇ ਮੈਂਬਰ ਆ ਜਾਣ, ਹਨਾ? ਅੱਜ ਦੀ ਸਿਰਫ ਵਿਸ਼ਵਾਸੀ, ਪੱਕੇ ਵਿਸ਼ਵਾਸੀ ਆਣ, ਅੱਜ ਸਿਰਫ ਕ੍ਰਿਸਚੀਅਨ ਲੋਕ ਆਣ। ਐਵਰੀਥਿੰਗ ਇਜ਼ ਲਾਈਵ। ਫਰੰਟ ਸ਼ੁਰੂ ਹੁੰਦਾ ਲਾਈਵ, ਐਂਡ ਸ਼ੁਰੂ ਹੁੰਦਾ ਲਾਈਵ, ਉਸ ਤੋਂ ਬਾਅਦ ਮੈਂ ਆਪਣੇ ਘਰ ਚਲ ਜਾਣਾ, ਸਾਰਾ ਕੁਝ ਲਾਈਵ ਆ। ਅੱਜ ਤੋਂ 20 ਸਾਲ ਪਹਿਲਾਂ ਦੀਆਂ ਮੀਟਿੰਗਾਂ ਵੀ ਇੰਟਰਨੈਟ ਦੇ ਉੱਤੇ ਪਈਆਂ ਹੋਈਆਂ, ਹਨਾ? ਸਭ ਕੁਝ ਲਾਈਵ। ਕਿਉਂ ਲਾਈਵ ਕਰੀਏ ਅਸੀਂ? ਜੇ ਅਸੀਂ ਲੋਕਾਂ ਦਾ ਧਰਮ ਪਰਿਵਰਤਨ ਕਰਨਾ ਨਾ, ਕੁਝ ਸਾਰਾ ਕੁਝ ਓਪਨ ਆ, ਸਾਰਾ ਕੁਝ ਸਾਹਮਣੇ ਆ। ਬਸ ਇਹ ਹੈ ਕਿ ਜਿਹਦਾ ਜੀਵਨ ਬਦਲ ਜਾਂਦਾ ਉਹ ਆ ਜਾਂਦਾ ਚਰਚ, ਔਰ ਦੂਜੇ ਉਹਨੂੰ ਸੇਮ ਜੋ ਮੈਂ ਕਹਿੰਦਾ ਸੀ ਲੋਕਾਂ ਨੂੰ ਕਿ ਧਰਮ ਬਦਲਿਆ, ਜਦੋਂ ਮੈਂ ਚਰਚ ਆਇਆ ਲੋਕ ਮੈਨੂੰ ਕਹਿੰਦੇ, ਹੁਣ ਤੁਸੀਂ ਆਓਗੇ ਚਰਚ ਲੋਕ ਤੁਹਾਨੂੰ ਕਹਿਣਗੇ। ਇਹ ਸਿਲਸਿਲਾ ਚੱਲਦਾ ਹੀ ਜਾ ਰਿਹਾ ਬਸ। ਅੱਛਾ, ਕਹਿੰਦੇ ਮਿਰੇਕਲ ਹੀਲਿੰਗ ਹੁੰਦੀ ਹੈ। ਇਹ ਥੋੜਾ ਜਿਹਾ ਮਿਰੇਕਲ ਹੀਲਿੰਗ ਬਾਰੇ ਤੁਸੀਂ ਦੱਸ ਸਕਦੇ ਹੋ? ਕਿਉਂਕਿ ਬਹੁਤ ਵੱਡਾ ਸਵਾਲ ਇਹ ਉੱਠਦਾ ਹੁੰਦਾ ਹੈ
ਕਿ ਕਹਿੰਦੇ ਵੀ ਚਮਤਕਾਰ ਰਾਹੀਂ ਉੱਥੇ ਠੀਕ ਹੋ ਜਾਂਦੇ, ਲੰਗੜੇ ਚੱਲਣ ਲੱਗ ਪੈਂਦੇ ਨੇ, ਗੂੰਗੇ ਬੋਲਣ ਲੱਗ ਪੈਂਦੇ ਨੇ। ਉਸ ਤੋਂ ਇਲਾਵਾ ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ ਕੈਂਸਰ ਹੋਇਆ ਹੁੰਦਾ 3rd ਸਟੇਜ ਦਾ 4th ਸਟੇਜ ਦਾ, ਉਹ ਵੀ ਠੀਕ ਹੋ ਜਾਂਦਾ ਹੈ। ਇਹ ਕਿਵੇਂ ਪੋਸੀਬਲ ਹੈ? ਉਹ ਸਵਾਲ ਚੱਕਦੇ ਨੇ ਲੋਕ। ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਦੇ ਵਚਨ 'ਚ, ਪੁਰਾਣੇ ਨਿਯਮ 'ਚ ਯਿਸੂ ਮਸੀਹ ਦੇ ਜਨਮ ਦੇ 700 ਸਾਲ ਪਹਿਲਾਂ ਜੀ ਯਸ਼ਾਇਆ ਭਵਿੱਖਵਕਤਾ ਨੇ ਭਵਿੱਖਬਾਣੀ ਕੀਤੀ ਸੀ ਕਿ ਕੁੰਵਾਰੀ ਦੇ ਦੁਆਰਾ ਇੱਕ ਯਿਸੂ ਮਸੀਹ ਪੈਦਾ ਹੋਣਗੇ, ਨਾਮ ਇਮੈਨੂਅਲ ਰੱਖਿਆ ਜਾਊਗਾ ਜੀ ਤੇ ਉਹਦੇ ਮਾਰ ਖਾਣ ਦੇ ਨਾਲ, ਉਹਦੇ ਕੋੜੇ ਖਾਣ ਨਾਲ ਤੁਸੀਂ ਚੰਗੇ ਹੋਵੋਗੇ। ਜੀ ਤੇ ਨਵੇਂ ਨਿਯਮ ਦੇ ਵਿੱਚ ਲਿਖਿਆ, ਬਾਈਬਲ 'ਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਜੇ ਮਰਨਾ ਹੁੰਦਾ ਨਾ ਉਦਾਂ ਹੀ ਲੋਕਾਂ ਲਈ, ਤੇ ਉਦਾਂ ਹੀ ਮਰ ਜਾਂਦੇ, ਕੋਈ ਤਲਵਾਰ ਮਾਰ ਦਿੰਦੇ ਕਿਸੇ ਵੀ ਤਰੀਕੇ ਨਾਲ। ਪਰ ਦੇਖੋ ਯਿਸੂ ਮਸੀਹ ਦੇ ਸਿਰ ਤੇ ਕੰਡਿਆਂ ਦਾ ਤਾਜ ਪਾਇਆ ਗਿਆ। ਤੇ ਵਚਨ 'ਚ ਲਿਖਿਆ ਜਿਹੜੇ ਅੱਜ ਯਿਸੂ ਮਸੀਹ ਨੂੰ ਕਬੂਲ ਕਰਦੇ ਨੇ ਉਹਨਾਂ ਦੇ ਸਿਰ ਤੋਂ ਡਿਪਰੈਸ਼ਨ ਖਤਮ ਹੁੰਦਾ। ਡਿਪਰੈਸ਼ਨ ਦੇ ਕਿੰਨੇ ਰੋਗੀ ਨੇ? ਲਿਖਿਆ 39 ਕੋੜੇ ਯਿਸੂ ਮਸੀਹ ਨੂੰ ਪਏ। ਅੱਜ ਵੀ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਨਹੀਂਗਾ, ਉਹਨਾਂ ਕੋੜਿਆਂ ਦਾ ਇਲਾਜ ਮੈਂ ਨਹੀਂ ਚੰਗਾ ਕਰ ਸਕਦਾ। ਜੇ ਕਿਸੇ 'ਚ ਫੇਥ ਨਹੀਂ ਹੈਗਾ, ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਾਂ, ਮੈਂ रहने पाएंगे। आइए आगे क्या कहता है प्रभु। कौन ईश्वर के राज में जा सकता है? कौन ईश्वर के राज में प्रवेश कर सकता है? भजन संहिता 24 3 और 4 पद पढ़े। यहोवा के पर्वत पर कौन चढ़ सकता है और उसके पवित्र स्थान में कौन खड़ा हो सकता है? जिसके काम निर्दोष और हृदय शुद्ध है, जिसने अपने मन को व्यर्थ बात की ओर नहीं लगाया और न कपट से शपथ खाई है। प्रभु परमेश्वर का धन्यवाद हो इन पवित्र वचनों के लिए। अब यहाँ पर फिर परमेश्वर का दास दाऊद मुझे और आपको प्रोत्साहित कर रहा है। क्या प्रोत्साहित कर रहा है? यहोवा के पर्वत पर कौन चढ़ सकता है? अर्थात परमेश्वर के घर में कौन रह सकता है? परमेश्वर के घर में कौन प्रवेश कर सकता है? और अभी तक हमने जो बातें देखी उससे के आगे प्रभु मुझे और आपको सिखाता है, और वो है, मैं कहूं अगर 12वीं बात यहां पर कही जाए तो अति उत्तम होगी, लेकिन आज के अनुसार ये पहली बात यहां सिखा रहा है, जिनके काम निर्दोष हैं। क्या कह रहा प्रभु? जिनके काम निर्दोष हैं। मेरे प्रियो, जो कुछ भी हम काम करते हैं ये मुझे और आपको परमेश्वर के द्वारा सौंपे गए कार्य हैं, चाहे वो छोटा हो या बड़ा हो। ये कार्य जो हमें दिए गए हैं, अगर हम बहुत ही निर्दोषता के साथ, बिना किसी प्रकार के लपेट के साथ अपने कार्यों करते हैं, तो हम परमेश्वर की दृष्टि में निर्दोष हैं और हम परमेश्वर की ओर से आशीष को पाएंगे। अगर हम स्वार्थ के साथ किसी काम को करते हैं तो हम कभी भी परमेश्वर की ओर से आशीष को प्राप्त नहीं करेंगे। और मुझे और आपको इस पृथ्वी के ऊपर इस बात को देखना है, जांचना है और परखना है कि जो काम मुझे मिला है, जो वरदान मुझे मिला है, क्या मैं उस वरदान को स्वार्थपूर्वक पूरा कर रहा हूं, स्वार्थपूर्वक कर रहा हूं, या निर्दोषता के साथ कर रहा हूं। मेरी उस काम के पीछे कोई ऐसी लालसा तो नहीं है जो मेरे स्वार्थ को पूरा करे, पर मेरी लालसा ऐसी हो, मैं अपने जीवन में स्वार्थी ना बनूं, पर निर्दोषता के साथ काम को करूं। और जब निर्दोषता के साथ काम करता हूं तो मैं प्रभु की ओर से आशीष का हिस्सा बनूंगा। मैं निश्चय प्रभु के घर में प्रवेश करूंगा। आपके घर में बहुत से बुजुर्ग होंगे, है ना? बहुत से लोग सास ससुर की सेवा इसलिए करते हैं कि शायद बुढ़ापे में उनका धन उनके पास पहुंच जाएगा। बहुत से लोग इस प्रकार सेवा करते हैं, और बहुत से लोग परवाह नहीं करते, हमें तुम्हारा कुछ भी नहीं चाहिए, हमें तुम्हारी किसी चीज की लालसा नहीं है, हम जो कुछ कर रहे हैं अपना माँ, अपना बाप, अपना भाई, अपना प्रिय समझ कर रहे हैं, हमें तुम्हारी किसी चीज की आवश्यकता नहीं। और जो इन विचारों के साथ अपने बुजुर्गों की, दुखियों की, लाचारों की सेवा करते हैं, वो परमेश्वर की ओर से आशीष पाते हैं। रूत ने नयोमी की सेवा जो की, वो स्वार्थ के साथ नहीं की। नयोमी के पास क्या था? कुछ था? कुछ भी नहीं था। फिर भी वो नयोमी के साथ आई, नयोमी की सेवा उसने की, और उसके एवज में नयोमी ने रूत की चिंता की और कहा, क्या मैं तेरे लिए ठाव ना देखूं? क्या मैं तेरी चिंता करके तेरा घर ना बसाऊं?
और परमेश्वर ने उसे इतना ब्लेस किया रूथ को कि वो आज खुदावन यीशु मसीह की वंशावली में कायम की गई। मेरे प्रियो, मैं और आप इस पृथ्वी पर जब विश्वासी कहलाते हैं तो मुझे और आपको अपने कामों में निर्दोषता को प्रकट करना है। हम अपने बुजुर्गों की सेवा निर्दोषता के साथ करें। हम अपने उन कमजोर लोगों की सेवा निर्दोषता के साथ करें और बिना स्वार्थ के साथ करें। और जब बिना स्वार्थ के साथ आप सेवा करेंगे, परमेश्वर कभी आपको अभाव नहीं होने देगा, कभी अभाव नहीं होने देगा। परमेश्वर आपको भरपूरी के साथ देगा। परमेश्वर आपको मांगने से बढ़कर देगा। परमेश्वर आप